आओ पंजाब भारत पूरे विश्व की शांति ते खुशहाली लई मिल के इबादत ते प्रार्थना करिए। ਜਿਹੜੀਆਂ ਜ਼ਿੰਦਗੀਆਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਪ੍ਰਸੰਨ ਕਰਨ ਦਾ ਯਤਨ ਕਰਦੀਆਂ, ਪਰਮੇਸ਼ਰ ਉਹਨਾਂ ਜ਼ਿੰਦਗੀਆਂ ਨੂੰ ਪੀੜ੍ਹੀ ਦਰ ਪੀੜ੍ਹੀ ਆਪਣੀ ਕਿਰਪਾ ਨਾਲ ਭਰਦਾ ਹੈ ਔਰ ਜੁਗਾਂ ਜੁਗਾਂ ਦੇ ਲਈ ਬਰਕਤ ਦਾ ਕਾਰਨ ਬਣਾਉਂਦਾ ਹੈ। ਇਸ ਲਈ ਸਾਡੇ ਸਾਰਿਆਂ ਲਈ ਜ਼ਰੂਰਤ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਦੁਆਰਾ, ਆਪਣੇ ਜੀਵਨ ਦੇ ਦੁਆਰਾ, ਤੁਰਨ ਫਿਰਨ, ਬੋਲਣ ਚੱਲਣ, ਬੈਠਣ ਉੱਠਣ ਦੇ ਦੁਆਰਾ ਅਸੀਂ ਪਰਮੇਸ਼ਰ ਨੂੰ ਪ੍ਰਸੰਨ ਕਰਨ ਦਾ ਯਤਨ ਕਰੀਏ। ਭਾਵ ਅਸੀਂ ਪਰਮੇਸ਼ਰ ਦੇ ਮਨ ਭਾਉਂਦੇ ਬਣੀਏ। ਜਦੋਂ ਅਸੀਂ ਪਰਮੇਸ਼ਰ ਦੇ ਮਨ ਭਾਉਂਦੇ ਬਣਾਂਗੇ ਤੇ ਫਿਰ ਅਸੀਂ ਪਰਮੇਸ਼ਰ ਦੀਆਂ ਉਹ ਬਰਕਤਾਂ ਪ੍ਰਾਪਤ ਕਰਾਂਗੇ ਜਿਨ੍ਹਾਂ ਦੇ ਬਾਰੇ ਅਸੀਂ ਕਦੀ ਕਲਪਨਾ ਵੀ ਨਹੀਂ ਕੀਤੀ, ਜਿਨ੍ਹਾਂ ਦੇ ਬਾਰੇ ਅਸੀਂ ਕਦੀ ਸੋਚਿਆ ਵਿਚਾਰਿਆ ਵੀ ਨਹੀਂ। ਅਸੀਂ ਸਾਰੇ ਚਾਹੁੰਦੇ ਹਾਂ ਹਰ ਪੱਖ ਤੋਂ ਸਾਡਾ ਵਾਧਾ ਹੋਵੇ, ਪਰ ਸਾਡਾ ਵਾਧਾ ਸਰਵਸ਼ਕਤੀਮਾਨ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਯਤਨ ਦੇ ਵਿੱਚ ਰਹੀਏ ਪਰਮੇਸ਼ਰ ਦੇ ਮਨ ਭਾਉਂਦੇ ਬਣਨ ਵਾਸਤੇ, ਕਿ ਸਾਡੀ ਜ਼ਿੰਦਗੀ ਪਰਮੇਸ਼ਰ ਦੇ ਮਨ ਭਾਉਂਦੀ ਬਣੇ। ਪਰਮੇਸ਼ਰ ਨੂੰ ਅਸੀਂ ਪ੍ਰਸੰਨ ਕਰਨ ਦਾ ਯਤਨ ਕਰੀਏ। ਜਦੋਂ ਅਸੀਂ ਪਰਮੇਸ਼ਰ ਨੂੰ ਪ੍ਰਸੰਨ ਕਰਨ ਦਾ ਯਤਨ ਕਰਾਂਗੇ, ਉਹਦੇ ਮਨ ਭਾਉਂਦੇ ਬਣਾਂਗੇ, ਤੇ ਫਿਰ ਤੁਹਾਨੂੰ ਬਰਕਤਾਂ ਨਹੀਂ ਲੱਭਣੀਆਂ ਪੈਣੀਆਂ, ਪਰਮੇਸ਼ਰ ਨੇ ਤੁਹਾਨੂੰ ਲੱਭ ਕੇ ਬਰਕਤਾਂ ਦੇਣੀਆਂ। ਤਾਲੀ ਮਾਰੀਏ ਜ਼ੋਰ ਦੇ ਨਾਲ। ਉਹਨੇ ਫਿਰ ਤੁਹਾਨੂੰ ਲੱਭ ਕੇ ਬਰਕਤਾਂ, ਸਾਨੂੰ ਨਹੀਂ ਬਰਕਤਾਂ ਲੱਭਣੀਆਂ ਪੈਣੀਆਂ। ਸਾਡੇ ਲਈ ਜ਼ਰੂਰਤ ਹੈ ਕਿ ਅਸੀਂ ਸਿਰਫ ਪਰਮੇਸ਼ਰ ਦੇ ਮਨ ਭਾਉਂਦੇ ਬਣੀਏ। ਅਸੀਂ ਪਰਮੇਸ਼ਰ ਦੀ ਇੱਛਾ ਜਾਣਨ ਦਾ ਯਤਨ ਕਰੀਏ। ਅਸੀਂ ਪਰਮੇਸ਼ਰ ਨੂੰ ਖੁਸ਼ ਕਰਨ ਦਾ ਯਤਨ ਕਰੀਏ। ਅਸੀਂ ਪਰਮੇਸ਼ਰ ਦੀ ਆਪਣੀ ਲਾਈਫ, ਆਪਣੀ ਜ਼ਿੰਦਗੀ ਦੇ ਦੁਆਰਾ ਪਰਮੇਸ਼ਰ ਦੀ ਇੱਛਾ ਨੂੰ ਪੂਰੀਆਂ ਕਰੀਏ। ਜਦੋਂ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰੀਆਂ ਕਰੋਗੇ ਤੇ ਤੁਹਾਡੀ ਆਪਣੀ ਇੱਛਾ ਖੁਦਾ ਆਪਣੇ ਆਪ ਪੂਰੀ ਕਰੂਗਾ। ਹਾਲੇਲੂਇਆ, ਹਾਲੇਲੂਇਆ। ਅਸੀਂ ਪਰਮੇਸ਼ਰ ਦੇ ਮਨ ਭਾਉਂਦੇ ਬਣੀਏ, ਆਪਣੇ ਮਨ ਭਾਉਂਦੇ ਨਾ ਬਣੀਏ। ਸਾਨੂੰ ਆਹ ਚੰਗਾ ਲੱਗਦਾ, ਸਾਨੂੰ ਆਹ ਚੰਗਾ ਲੱਗਦਾ, ਸਾਨੂੰ ਆਹ ਚੰਗਾ ਲੱਗਦਾ ਜੀ, ਆਹ ਕਾਰੋਬਾਰ ਥੋੜ੍ਹਾ ਜਿਹਾ ਛੋਟਾ ਜਿਹਾ ਵੱਡਾ ਹੋ ਜਾਵੇ, ਆਹ ਜੀ ਸਾਡੇ ਘਰ ਛੋਟਾ ਜਿਹਾ ਥੋੜ੍ਹਾ ਵੱਡਾ ਹੋ ਜਾਵੇ, ਆਹ ਜੀ ਸਾਡਾ ਬੱਚਾ ਉਸ ਦੇਸ਼ ਵਿੱਚ ਚਲਾ ਜਾਵੇ, ਆਹ ਜੀ ਸਾਡਾ ਕੰਮ ਐਦਾਂ ਹੋ ਜਾਵੇ। ਇਹ ਸਾਡੇ ਮਨ ਦੀਆਂ ਇੱਛਾਵਾਂ ਆ। ਯਤਨ ਕਰੀਏ ਕਿ ਅਸੀਂ ਆਪਣੇ ਬਣਾਉਣ ਵਾਲੇ ਪਰਮੇਸ਼ਰ ਨੂੰ ਪ੍ਰਸੰਨ ਕਰਨ ਦਾ, ਉਹਦੇ ਮਨ ਭਾਉਂਦੇ ਬਣੀਏ। ਫਿਰ ਪਰਮੇਸ਼ਰ ਤੁਹਾਨੂੰ ਹੀ ਨਹੀਂ, ਤੁਹਾਡੇ ਨਾਲ ਜੁੜੀ ਹੋਈ ਹਰ ਇੱਕ ਚੀਜ਼ ਨੂੰ ਆਸ਼ੀਸ਼ ਦੇਵੇਗਾ। ਥੋੜੀ ਜਿਹੀ ਨਹੀਂ ਦੇਵੇਗਾ। ਉਸ ਆਸ਼ੀਸ਼ ਦੀ ਕੋਈ ਸੀਮਾ ਨਹੀਂ ਹੋਵੇਗੀ, ਕੋਈ ਹੱਦ ਬੰਨਾ ਨਹੀਂ ਹੋਵੇਗਾ। ਉਹ ਆਸ਼ੀਸ਼ ਨੂੰ ਤੁਹਾਡੀਆਂ ਜਿਸਮਾਨੀ ਅੱਖਾਂ ਹੀ ਨਹੀਂ ਵੇਖਣਗੀਆਂ, ਸੰਸਾਰ ਵੇਖੇਗਾ। ਵਿਵਸਥਾ 28 ਦੇ ਅੱਜ ਪੜਾਂਗੇ ਨੇ ਲਿਖਿਆ, ਕਹਿੰਦਾ ਲੋਕ ਤੁਹਾਡੇ ਤੋਂ ਡਰਨਗੇ, ਕਹਿਣਗੇ ਕਿ ਤੁਸੀਂ ਯਹੋਵਾ ਦੇ ਨਾਂ ਤੇ ਪੁਕਾਰੇ ਜਾਂਦੇ ਹੋ, ਪਰਮੇਸ਼ਰ ਤੁਹਾਡੇ ਨਾਲ ਹੈ। ਸੰਸਾਰ ਕਵੇਗਾ, ਸੰਸਾਰ ਖੁਦਾ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰੇਗਾ। ਜ਼ਰੂਰਤ ਹੈ ਕਿ ਅਸੀਂ ਮਨ ਭਾਉਂਦੇ ਬਣੀਏ, ਪਰਮੇਸ਼ਰ ਦੇ ਯਤਨ ਦੇ ਵਿੱਚ ਰਹੀਏ, ਖੁਦਾ ਨੂੰ ਪ੍ਰਸੰਨ ਕਰਨ ਦੇ ਲਈ। ਪਰਮੇਸ਼ਰ ਆਪਣੀ ਕਿਰਪਾ ਪਿੱਛੇ ਪੈ ਕੇ ਤੁਹਾਨੂੰ ਦੇਵੇਗਾ। ਪੜ੍ਹੀਏ, ਧਿਆਨ ਨਾਲ ਸੁਣੀਏ। ਪਹਿਲਾ ਸੈਮੂਅਲ 13 ਅਧਿਆਏ ਉਹਦੀ 14 ਐਤ। ਪਰ ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ, ਕਿਉਂ ਜੋ ਯਹੋਵਾ ਨੇ ਇੱਕ ਆਪਣੇ ਮਨ ਦੇ ਅਨੁਸਾਰੀ ਮਨੁੱਖ ਨੂੰ ਭਾਲਿਆ ਅਤੇ ਯਹੋਵਾ ਨੇ ਆਪਣੇ ਲੋਕਾਂ ਦੇ ਪ੍ਰਧਾਨ ਬਣਨ ਲਈ ਉਹਨੂੰ ਆਗਿਆ ਕੀਤੀ। ਹਾਲੇਲੂਇਆ। ਸੈਮੂਅਲ ਪਰਮੇਸ਼ਰ ਦਾ ਬੰਦਾ, ਖੁਦਾ ਦਾ ਠਹਿਰਾਇਆ ਨਬੀ,
हन्ना दा पुत्र, वो हन्ना जेदे औलाद नहीं सी, एक दिन खुदा दी हजूरी च अपना मन परमेश्वर अगे पानी वांगू डोल दिता। परमेश्वर ने उसे दिन उहदे चेहरे की उदासी खत्म कर दी। परमेश्वर ने उन्हें एक पुत्र नहीं दिता, बल्कि इजराइल देश के लिए खुदा ने नबी पैदा किया, जिसने 40 साल तक इजरायली लोगों की अगवाई की। वो नबी आख रहा आ, दाऊद नूं कह रहा है, दाऊद की बाबत बोल रहा है। पहले पातशाह शाऊल ने परमेश्वर के वचन नूं ठुकरा दिता। शमूएल नबी शाऊल नूं यह गल कह रहा ते दाऊद की बाबत वो बोल रहा है कि परमेश्वर ने अपने मन के अंसारी नूं भाल लिया, लभ लिया। तुसीं भावें दुनिया के किसी भी कोने ते होवो, परमेश्वर दीयां अखां उपासकां ते आराधकां दे उत्ते लगियां रहिंदियां आ। उन्हां नूं उस संसार दे लई बरकत दा कारण बनाउंदा आ। खुदा ने भाल लिया, लभ लिया अपने मन के अंसारी नूं। दुनिया तुहानूं चाहे जाने ना जाने, पर तुसीं जतन च रहो कि मैं अपने परमेश्वर नूं प्रसन्न करना है। जिहड़ा मेरे लिए स्वर्ग छड्ड के ये जमीन दे उत्ते आया, वो शब्द मनुख बनया। उस सलीब ते जिसने अपना जीवन कुर्बान किया, मैं अपनी जिंदगी उहदे वचन के अनुसार बतीत करांगा। जतन च रहिए, एक दिन इदां दा आवेगा कि परमेश्वर तुहाडे सारे सालां दे घाटे पूरे कर देवेगा। संसार वेखेगा, बड़े होना चाहते हो, उच्चे होना चाहते हो, वाधा चाहते हो, किसी के हाथ च नहीं, सिर्फ दुनिया बनाने वाले परमेश्वर के हाथ दे विच है। इसलिए उन्हें अपनी मोहब्बत, अपनी कृपा नूं तुहाडे उत्ते प्रगट कीता आ। जतन च रहो, तुरना फिरना, बोलना चलना, बैठना उठने सिर्फ परमेश्वर की महिमा होवे। वो तुहानू कितनी बरकत देवेगा, वो फिर समा दसेगा। ए संसार के लोग दसणगे कि वाकई खुदा तुहाडे नाल होके चल रहा है। तुहानू नहीं बोलना पवेगा। फिर उन्हां जिंदगियां नूं कहना नहीं पैंदा, खुदा मैनू बरकत दे। उन्हां जिंदगियां लई तां परमेश्वर ने बाइबल दे विच हज़ारां साल पहलां ही प्रतिज्ञा कीतियां होईयां आ। ताली मारिए जोर दे नाल। हज़ारां साल पहला ही खुदा ने प्रतिज्ञा कीतियां होईयां आ। पढ़िए, ध्यान नाल सुनिए यशायाह नबी की पुस्तक 3 अध्याय उहदी 10 आयत। धर्मी नूं आखोगे भला होवेगा। लो जी, जिन्हां को बाइबल है ध्यान नाल सुनो। जिहड़े पंजाबी हिंदी पढ़ लेंदे ने, उन्हां तो बाइबल का होना बड़ा जरूरी है। तुहाडे हर सवाल का जवाब खुदा दे पाक कलाम दे विच है। तुहाडीआं सोचां दा उत्तर परमेश्वर दे वचन दे विच है। देखो की कह रहा खुदा दा कलाम। पिछले दिनों च मैं दसिया सी, ये नबी 750 साल लगभग पहला प्रभु यीशु मसीह तो आया। कितने साल? 750 साल लगभग पहला प्रभु यीशु मसीह तो आया। 2020 दे विच 750 साल जोड़ लो, 2770 साल पहला ये भविष्यवाणी हो चुकी है। किहदे लई? धर्मियां दे लई, रास्तबाजां दे लई, उपासकां दे लई, जिहड़े अपनी जिंदगी दे द्वारा खुदा नूं प्रसन्न करन दे यतन दे विच रहिंदे ने। उन्हां दे लई अगेतरा ही नबी ये गल कहंदा आ, कहंदा धर्मी नूं ये गल कह दिओ। किहड़ी गल?
फिर पढ़िए, ध्यान नाल सुनिए। हाँ जी। ਧਰਮੀ ਨੂੰ ਆਖੋ ਕਿ ਭਲਾ ਹੋਵੇਗਾ। हाँ, धर्मी नूं कहंदा कह दिओ तेरा की होवेगा। ताली मारिए जोर दे नाल। कहंदा जिहड़ा धर्मी आ, जिहड़ा रास्तबाज है, धर्मी वो नहीं जिहड़ा अपने आप नूं खुश करना चाहुंदा आ, जिहड़ा ओनली परमेश्वर तो अपनियां इच्छावां पूरीआं कराउणा चाहुंदा, वो धर्मी नहीं गा, वो स्वार्थी है। ते स्वार्थी की जिंदगी परछावे वर्गी है। इस तरह परछावे का कोई थां ठिकाना नहीं, स्वार्थी का कोई स्टैंड नहीं गा। स्वार्थी ने पता नहीं कदों स्वार्थ पूरा हो गया तो उन्हें चले जाना। स्वार्थी की जिंदगी बदला वर्गी है, दिखाई तो दिंदे पता नहीं किहड़े वेले किधर चले गए। पर खुदा की प्रतिज्ञा धर्मियों के लिए है। धर्मी वो है जिहड़ा अपने मन को खुश नहीं करता, बल्कि अपने सिरजनहारे के मन को खुश करता है। अपनी जिंदगी के द्वारा जिहड़ा जतन च रहिंदा है, वो धर्मी है। ते धर्मियों को खुदा लभ के उन्होंने बरकतां दे नाल भरदा आ, भाल के उन्होंने आशीष दिंदा आ। इसलिए सैमुअल कह रहा है, नबी कह रहा, शाऊल नूं कह रहा, कहंदा तू खुदा दा वचन रद्द दिता आ, पर परमेश्वर ने अपने मन के अंसारी नूं भाल लिया, लभ लिया। वो दाऊद है जिहड़ा इजरायली लोकां दा अगुआ बनेगा। इसलिए इत्थे यशाया 2770 साल पहला ये भविष्यवाणी कर रहा है। असी कहने खुदा सानू बरकत देवे, वो कहता बरकतां दा ऐलान तो मैं हज़ारां साल पहले ही किया होया है, पर तुसीं बरकत लैण वाली जिंदगी बना लो। प्रभु यीशु मसीह नूं जक्की दा घर उदों चंगा लगा जदों जक्की दी जिंदगी प्रभु यीशु मसीह दे मन भाउंदी बन गई। ताली मारिए जोर दे नाल। जदों जक्की दा जीवन प्रभु दे मन भाउंदा बन गया, फिर प्रभु यीशु मसीह ने जक्की नूं कहा, जक्की छेती हेठा उतर के आ, ते अज मैं तेरे ही घर रहना आ। जान च ते रहन च बड़ा अंतर वा। जिन्ना बदलों ते आसमान विच अंतर है। आसमान स्थाई है, बदल अस्थाई नहीं गए। जान ते रहन विच इन्ना ही अंतर है। रहन का मतलब सदा ही रहना आ, जान का मतलब जाके आ जाना। एक दिन प्रभु यीशु मसीह जक्की दे घर गया। एक समय इदां दा आया कि प्रभु यीशु मसीह जक्की नूं अपने घर सदा ले लैके चला गया। है इकट्ठे ही, पहला जमीन ते सी, फिर स्वर्ग दे विच। इट्टां दा घर उदों चंगा लगा जदों जक्की दी जिंदगी प्रभु दे मन भाउंदी बन गई। हर चीज़ का असीं वाधा चाहुंदे हां, पर अति ज़्यादा जरूरी है जतन च रहो कि मैं अपनी जिंदगी के द्वारा अपने प्रभु नूं प्रसन्न करना है। जिड्डा तुसीं जतन करोगे उस तो कई गुणा वध के खुदा अपनी किरपा तुहाडे उत्ते बहाल करेगा। वो अपनी आशीष नाल भरेगा। देखिए रास्तबाजां दे लई, धर्मियां दे लई, उपासकां दे लई, आराधकां दे लई, सच्चे बलीवरां दे लई, विश्वास दे योद्धियां दे लई ये खुदा दी प्रतिज्ञा है। पढ़िए यशाया 3 अध्याय ओदी 10 है। ਧਰਮੀ ਨੂੰ ਆਖੋ ਕਿ ਭਲਾ ਹੋਵੇਗਾ, ਕਿਉਂ ਜੋ ਉਹ ਆਪਣੇ ਕੰਮਾਂ ਦਾ ਫਲ ਖਾਣਗੇ। हाँ हालेलुया। कहंदा धर्मी नूं कह दिओ तेरा की होवेगा। धर्मी नूं आखो कि तेरा भला होवेगा। अपने हत्थां दा काम खाणगे, उन्हां दी मेहनत दा खुदा उन्हां नूं फल देवेगा।
इसलिए परमेश्वर ने दाऊद के उत्ते अपनी कृपा बहाल की। ਜਿਹੜੀਆਂ ਜ਼ਿੰਦਗੀਆਂ खुदा दे मन ਭਾਉਂਦੀਆਂ ਬਣਦੀਆਂ ਉਹ ਜੀਂਦੇ ਜੀ मौत तो पार लंघ ਜਾਂਦੀਆਂ। उन्हां ਜ਼ਿੰਦਗੀਆਂ चों मौत का खौफ खत्म हो जाता। ਉਹ ਜੀਂਦੇ जी मौत उत्ते फतेह पा लेंदे ने ते मौत उन्हां दा कुछ भी बिगाड़ नहीं सकदी ते ਉਹ ਜੀਂਦੇ जी भी मौत तो डरदे नहीं। डर उन्हां नूं ही लगदा आ जिन्हां जिंदगियां च जत सत है नहीं, जिन्हां जिंदगियां च धार्मिकता है नहीं, जिन्हां जिंदगियां च खुदा दा अनुग्रह है नहीं, ओही मौत तो डरदियां ने। 15 साल पहला मेरे सामने दो जने बैठे ने, एक अमीर है एक गरीब है दोनों ही विश्वास करने वाले। ਜਿਹੜਾ गरीब जे तो धन दौलत है नहीं, वो कहता मैं चाहना भी प्रभु ਜਿਹੜਾ कल ਨੂੰ होना अज ही आ जा। दूजा ਜਿਹਦੇ ਕੋਲ थोड़ा बहुत पैसा सी वो कहता ना ना ਉਹਦਾ ਮੁੰਡਾ ਹਿਲਾ ਕੇ कहता हजे ना वे प्रभु, हजे प्रभु। क्यों? डर लगता कितों? मौत तो। वो दूसरा कह रहा जेड़ा कल नूं होना अज ही आ जाए। जेड़ा थोड़ा पैसे ते ध्यान रखने वाला वो की कहता हैगा, वो भी रब रब करने वाला। वह मुंडा हिला के कहता नहीं नहीं हजे ना आवे। डर किन्हां नूं लगदा? जिहड़ियां जिंदगियां उहदे मन भाउंदियां नहीं ते जिहड़ियां मन भाउंदियां ना वो डरदियां नहीं मौत तो। वो जींदे जी मौत तो पार लंघ जाते हैं। वो जींदे जी जीवन के आनंद को प्राप्त करते हैं। इसलिए दाऊद जदों उस युद्ध के विच चला गया तो उन्हें फिलिस्ती दीयां गल्लां सुनियां कि परमेश्वर नूं भी माड़ा कहंदा ते परमेश्वर के लोकां नूं भी वो कहंदा मैं इहदे नाल युद्ध करांगा। यो दाऊद है। क्यों परमेश्वर के मन भाउंदा सी? क्योंकि वो नहीं सुन सकता सी कि मेरे जीउंदे परमेश्वर नूं कोई माड़ा शब्द बोले तो जो उसकी प्रजा नूं कोई माड़ा शब्द बोले। कहता मैं अपने परमेश्वर की खातर अपनी कुर्बानी देने नूं भी तैयार हाँ, मैं मरने नूं भी तैयार हाँ। मैं इस फिलिस्ती नाल युद्ध करांगा। दाऊद नहीं मरिया बल्कि दुश्मन मरिया। ताली मारिया जोर दे। वो जींदे जी ये जिंदगियां जिहड़ियां खुदा दे मन भाउंदियां बनदियां है, उन्हां दे लई खुदा दीयां प्रतिज्ञा है, उन्हां दे लई परमेश्वर दे वादे आ। वो हज़ारां लखां ते करोड़ां दे लई बरकत दा कारण बनदे ने। ਜਿਹੜੀਆਂ चीज़ां तुहाडे नाल जुड़ियां खुदा उन्हां नूं आशीष दिंदा। तुहानूं नहीं कुछ करन दी जरूरत, सिर्फ तुहानूं अपने जीवन के द्वारा परमेश्वर नूं प्रसन्न करन दी जरूरत है। ਜਿਹੜੀਆਂ भी चीज़ां जुड़ियां उस आशीष आपे ही आ जाणीआं। आशीष तुहाडे द्वारा ही आउणी है, तुहाडे द्वारा आशीष आउणी है। उन्हां चीज़ां दे विच तुहाडी जिंदगी परमेश्वर के मन भाउंदी बननी चाहिए है। दाऊद का इतिहास पिछोकड़ की सी? दाऊद का नगर सी बैतलहम। दाऊद का नगर दूत ने कहा अजालियां नूं अज ना डरो, मैं तुहानूं वड्डी खुशी की खबर सुणाउणा। अज तुहाडे लई एक दाऊद के नगर च मुक्तिदाता पैदा होया, जिहड़ा प्रभु यीशु किहदे नगर च? दाऊद का नगर। दाऊद कौन सी? जिहड़ा खुदा दे मन भाउंदा सी। जिथे दाऊद रहिंदा सी उस नगर का नाम सी बैतलहम। ते बैतलहम का इतिहास की है? जद तक प्रभु यीशु मसीह ने जन्म नहीं लिया सी, बैतलहम का इतिहास की सी? पढ़िए, ध्यान नाल सुनिए। मिका नबी की पुस्तक 5 अध्याय उहदी 2 आयत। पर हे बैतलहम अफरा था, तू जो यहूदा दे हज़ारां विच छोटा है, हाँ तैथों एक मेरे लिए निकलेगा, हाँ जी, जो इसराइल विच हाकम होवेगा, हाँ जी, जिहदा निकलना प्राचीन समय तो सगों अनाद तो है। हालेलुया। हे बैतलहम अफरा था, तू यो यहूदा दे हज़ारां नगरां तो छोटा आ।
दाऊद के नगर का इतिहास है। यहूदा के हजारां नगरां तो छोटा सी, हजारां नगरां चों, और आज परमेश्वर ने हजारां सालों बाद उस यहूदा के हजारां नगरां तो छोटा नगर बैतलहम, जिथे प्रभु यीशु मसीह का जन्म होया, आज वो बैतलहम की धरती नूं परमेश्वर ने पूरे वर्ल्ड दे विच जिन्ना छोटा सी, जिन्ना निरादर वाला सी, परमेश्वर ने उन्ना वड्डा करके पूरे वर्ल्ड दे विच ओडे ही आदर वाला बना दिता। जितना निरादर सी, हजारां गुणा वध के परमेश्वर ने बैतलहम की धरती नूं उन्ना आदर वाला बना दिता। क्रिसमस के मौके ते पूरे वर्ल्ड दे विच जदों प्रभु यीशु मसीह का नाम आउंदा है, नाल ही बैतलहम की धरती का नाम आउंदा है। और बैतलहम दाऊद दा नगर सी, ते दाऊद ओ जन जिहड़ा परमेश्वर दे मन भाउंदा सी, ते परमेश्वर ने उहदे नगर नूं भी आशीष दे नाल भर दिता सारे संसार दे लई। उहदे नगर नूं भी जिहड़ा हजारां नगरां तो छोटा सी, परमेश्वर ने पूरे वर्ल्ड दे विच सारे संसार दे विच यहूदा दे हजारां नगरां च वड्डा नहीं कीता, बल्कि सारे संसार च उस बैतलहम की धरती नूं अत पवित्र ठहरा के सारे संसार दे लई बरकत दा कारण बनाया। कारण जिहड़ियां भी चीज़ां तुहाडे नाल जुड़ियां आ, उन्हां सारियां नूं खुदा आशीष दिंदा है। जिहड़ियां चीज़ां तुहाडे नाल जुड़ियां, शैतान 100% नफरत करदा आ। इसलिए वो तुहाडियां सारियां आशीषां जिहड़ियां चीज़ां जुड़ियां नुकसान पहुंचाउंदा आ। तुहाडी जिंदगी नाल जुड़ियां सारियां चीज़ां नूं उहदे उल्ट परमेश्वर तुहाडे नाल सारियां जुड़ियां चीज़ां नूं हजारां गुणा बरकतां दिंदा है, आशीषां दे नाल भरदा है। ये दाऊद दा इतिहास है बैतलहम, ते परमेश्वर ने सारे संसार दे लई बरकत दा कारण बनाया। इसलिए प्रेमियों, साडे लिए अति ज़्यादा जरूरी आ कि असीं अपने जीवन के द्वारा परमेश्वर नूं प्रसन्न करन दा यतन करिए, उहदे मन भाउंदे बणीए, उहदी इच्छा नूं जाणीए, ते खुदा अपणियां रहमतां साडे उत्ते बहाल करे। असीं परमेश्वर नूं अपने नाल ना चलाइए, अपने मन ना चलाइए, आह काम कर फे मन्नांगे, आह कर फे मन्नांगे, आह कर फे मन्नांगे। उन्हें सारे ही काम कर देने आ, पर जदों साडे मन्नण दी बारी आउणी आ, असीं हत्थ खड़े कर देने आ। और इस तरह ही हो रहा है। वो साडियां सारियां बेनतियां दे उत्तर दिंदा है, पर अति ज़्यादा जरूरी आ कि असीं परमेश्वर दे मन भाउंदे बणीए, उन्हां दा इतिहास बनदा, खुदा उन्हां नूं बचाउंदा आ। इस संसार ते आउण वालियां आफतां ते मुसीबतां तो, मौत वर्गे हालातां तो उन्हां नूं बचा के संसार दे लई बरकत दा कारण बनाउंदा है। जिहड़ियां जिंदगियां खुदा दे नाल नाल चलदियां, पढ़िए ध्यान नाल सुनिए। उत्पत्ति पुस्तक 5 अध्याय दी 23 ते 24 आयत। हनोक दी सारी उम्र 365 वरियां दी सी। हनोक परमेश्वर दे संग चलदा चलदा अलोप हो गया। हालेलुया। यो जाना जिसने मौत नहीं वेखी, जेड़ा जींदा ही उठा लिया गया। अगन रथ दे घोड़े उतरे, एलिया सवार होया, जींदा ही उठा लिया गया। जेड़ियां जिंदगियां खुदा दे नाल नाल चलदियां, जेड़ियां उहदे मन भाउंदियां बनदियां, वो जींदे जी मौत तो पार लंघ जांदियां। उन्हां नूं बरकतां भालणियां नहीं पैंदियां, बरकतां लई खुदा नूं कहना नहीं पैंदा। परमेश्वर लभ के उन्होंने बरकतां दे हकदार बनाउंदा है, जिहड़े सिर्फ इस यतन च रहिंदे आ कि मैं अपने परमेश्वर नूं प्रसन्न करना है।
ਖੁਦਾ ਉਹਨਾਂ ਨੂੰ ਲੱਭ ਕੇ, ਉਹਨਾਂ ਨੂੰ ਭਾਲ ਕੇ, ਉਹਨਾਂ ਨੂੰ ਆਪਣੀਆਂ ਰਹਿਮਤਾਂ ਦੇ ਨਾਲ ਭਰਦਾ ਆ। ਪੜ੍ਹੀਏ, ਧਿਆਨ ਨਾਲ ਸੁਣੀਏ 23 ਤੇ 24 ਆਇਤ ਫੇਰ। ਹਾਂਜੀ। ਹਨੋਕ ਦੀ ਸਾਰੀ ਉਮਰ 365 ਵਰ੍ਹਿਆਂ ਦੀ ਸੀ। ਹਨੋਕ ਦੀ ਸਾਰੀ ਉਮਰ 365 ਸਾਲਾਂ ਦੀ ਸੀ। 800 ਸਾਲ, 700 ਸਾਲ, 900 ਸਾਲ। ਇਹ ਪਹਿਲੇ ਮਨੁੱਖਾਂ ਦੀ ਉਮਰਾਂ ਲੰਬੀਆਂ ਸਨ, ਪਾਪ ਘੱਟ ਸੀ। ਜਿੱਦਾਂ ਜਿੱਦਾਂ ਬੁਰਾਈ ਵੱਧਦੀ ਚਲੀ ਗਈ, ਉਦਾਂ ਉਦਾਂ ਉਮਰ ਘਟਦੀ ਚਲੀ ਗਈ। ਹਨੋਕ ਦੀ ਸਾਰੀ ਉਮਰ 365 ਸਾਲਾਂ ਦੀ ਸੀ। ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ। ਹਨੋਕ ਪਰਮੇਸ਼ਰ ਦੇ ਸੰਗ ਚੱਲਦਾ ਚੱਲਦਾ ਅਲੋਪ ਹੋ ਗਿਆ। ਹਾਂ, ਪਰਮੇਸ਼ਰ ਦੇ ਸੰਗ ਚੱਲਦਾ ਸੀ। ਉਹਨੂੰ ਆਪਣੇ ਨਾਲ ਨਹੀਂ ਚਲਾਉਂਦਾ ਸੀ। ਉਹਦੇ ਨਾਲ ਚੱਲਦਾ ਸੀ। ਜੋ ਉਹਦਾ ਵਚਨ ਹੈ ਉਹਦੇ ਅਨੁਸਾਰ ਜ਼ਿੰਦਗੀ ਬਤੀਤ ਕਰਦਾ ਸੀ। ਜਿਹਦਾ ਸਭ ਤੋਂ ਵੱਡਾ ਰਿਜ਼ਲਟ ਇਹ ਸੀ ਕਿ ਖੁਦਾ ਨੇ ਉਹਨੂੰ ਜਿੰਦੇ ਹੀ ਉਠਾ ਲਿਆ। ਪਰਮੇਸ਼ਰ ਦੇ ਸੰਗ ਚੱਲਦਾ ਚੱਲਦਾ ਅਲੋਪ ਹੋ ਗਿਆ, ਕਿਉਂਕਿ ਖੁਦਾ ਨੇ ਉਹਨੂੰ ਲੈ ਲਿਆ। ਮੌਤ ਵੀ ਵੇਖਣ ਨਹੀਂ ਦਿੱਤੀ। ਜਿਹੜੀਆਂ ਜ਼ਿੰਦਗੀਆਂ ਖੁਦਾ ਦੇ ਨਾਲ ਨਾਲ ਚੱਲਦੀਆਂ, ਪਰਮੇਸ਼ਰ ਦੇ ਮਨ ਭਾਉਂਦੀਆਂ ਬਣਦੀਆਂ, ਉਹ ਜੀਂਦੇ ਜੀ ਮੌਤ ਤੋਂ ਪਾਰ ਲੰਘ ਜਾਂਦੀਆਂ। ਉਹਨਾਂ ਨੂੰ ਬਰਕਤਾਂ ਲੱਭਣੀਆਂ ਨਹੀਂ ਪੈਂਦੀਆਂ। ਖੁਦਾ ਉਹਨਾਂ ਨੂੰ ਲੱਭ ਕੇ ਬਰਕਤਾਂ ਦੇ ਹੱਕਦਾਰ ਬਣਾਉਂਦਾ ਆ, ਆਪਣੀਆਂ ਆਸ਼ੀਸ਼ਾਂ ਦੇ ਨਾਲ ਭਰਦਾ ਆ। ਏਲੀਆ ਜੀਂਦੇ ਹੀ ਉੱਪਰ ਉਠਾਇਆ ਗਿਆ। ਕਲਾਮ 'ਚ ਲਿਖਿਆ, ਅਗਨ ਰੱਥ ਦੇ ਘੋੜੇ ਉਤਰੇ, ਸਵਾਰ ਹੋ ਕੇ ਉੱਪਰ ਉਠਾ ਲਿਆ ਗਿਆ। ਮੌਤ ਨਹੀਂ ਵੇਖੀ ਏਲੀਆ ਨੇ। ਹਨੋਕ ਨੇ ਮੌਤ ਨਹੀਂ ਵੇਖੀ। ਉਹ ਜ਼ਿੰਦਗੀਆਂ ਜਿਹੜੀਆਂ ਖੁਦਾ ਦੇ ਮਨ ਭਾਉਂਦੀਆਂ ਸੀ। ਯਤਨ 'ਚ ਰਹੀਏ ਖੁਦਾ ਨੂੰ ਪ੍ਰਸੰਨ ਕਰਨ ਦੇ ਲਈ। ਇਹ ਪਰਛਾਵਾਂ ਮਾਤਰ ਵਸਤਾਂ ਪਿੱਛੇ ਪੈ ਕੇ ਮਿਲਣਗੀਆਂ। ਖੁਦਾ ਤੁਹਾਡੇ ਘਾਟੇ ਪੂਰੇ ਕਰੇਗਾ, ਸੰਸਾਰ ਦੇ ਲਈ ਬਰਕਤ ਦਾ ਕਾਰਨ ਬਣਾਵੇਗਾ। ਆਫਤਾਂ ਮੁਸੀਬਤਾਂ ਤੋਂ ਪਰਮੇਸ਼ਰ ਤੁਹਾਨੂੰ ਸੰਭਾਲੂਗਾ, ਬਚਾਊਗਾ। ਜਿੱਥੇ 5 ਉਹਦੀ 23 ਤੇ 24 ਪੜ੍ਹੀ ਆ, ਉੱਥੇ 6 ਅਧਿਆਏ ਉਹਦੀ 9 ਆਇਤ ਪੜ੍ਹੀਏ। ਧਿਆਨ ਨਾਲ ਸੁਣੀਏ। ਇਹ ਨੂਹ ਦੀ ਕੁੱਲ ਪੱਤਰੀ ਹੈ। ਲਓ ਜੀ, ਨਾਲ ਹੀ ਨੂਹ ਦਾ ਇਤਿਹਾਸ ਸ਼ੁਰੂ ਹੋ ਜਾਂਦਾ। ਇਹ ਨੂਹ ਦੀ ਕੁੱਲ ਪੱਤਰੀ ਆ। 8 ਵੀ ਪੜ੍ਹ ਦਿਓ। 8 ਆਇਤ ਪੜ੍ਹ ਕੇ 9 ਪੜ੍ਹੋ। ਪਰ ਨੂਹ ਉੱਤੇ ਯਹੋਵਾ ਦੀ ਕਿਰਪਾ ਦੀ ਨਿਗਾਹ ਹੋਈ। ਹਾਂ, ਨੂਹ ਉੱਤੇ ਯਹੋਵਾ ਦੀ ਕਿਰਪਾ ਦੀ ਕੀ ਹੋਈ? ਨਿਗਾਹ ਹੋਈ। ਹਾਂ, ਇਹ ਨੂਹ ਦੀ ਕੁੱਲ ਪੱਤਰੀ ਹੈ। ਹਾਂ, ਨੂਹ ਇੱਕ ਧਾਰਮੀ ਮਨੁੱਖ ਸੀ। ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ। ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ। ਅਤੇ ਨੂਹ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀ। ਤਾਲੀ ਮਾਰੀਏ ਜ਼ੋਰ ਦੀ। ਇਹ ਨੂਹ ਦੀ ਕੁੱਲ ਪੱਤਰੀ ਆ। ਨੂਹ ਇੱਕ ਧਰਮੀ ਸੀ, ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ। ਸੰਪੂਰਨਤਾ ਹੀ ਇਸੇ ਗੱਲ ਦੀ ਆ ਕਿ ਉਹ ਪਰਮੇਸ਼ਰ ਨੂੰ ਆਪਣੇ ਨਾਲ ਨਹੀਂ ਚਲਾਉਂਦਾ ਸੀ, ਬਲਕਿ ਪਰਮੇਸ਼ਰ ਦੇ ਨਾਲ ਨਾਲ। ਇਹ ਸੰਪੂਰਨਤਾ ਹੀ ਇਹ ਆ। ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀ। ਹਨੋਕ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀ। ਦਾਊਦ ਪਰਮੇਸ਼ਰ ਦੇ ਮਨ ਭਾਉਂਦਾ ਸੀ। ਨੂਹ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀ। ਜਦੋਂ ਜਲ ਪਰਲੋ ਆਈ ਤੇ ਨੂਹ ਤੇ ਸਿਰਫ ਓਨਲੀ ਉਹਦਾ ਪਰਿਵਾਰ ਬਚਾਏ ਗਏ। ਨੂਹ, ਉਹਦੀ ਪਤਨੀ, 3 ਪੁੱਤਰ ਤੇ 3 ਨੌਹਾਂ ਤੇ ਕੁੱਲ ਟੋਟਲ 8 ਜੀ। ਨੂਹ ਦਾ ਘਰਾਣਾ ਹੀ ਬਚਾਇਆ ਗਿਆ। ਬਾਕੀ ਸਾਰਾ ਸੰਸਾਰ ਜਲ ਪਰਲੋ ਦੇ ਨਾਲ ਖਤਮ ਹੋ ਗਿਆ। ਪੂਰਾ ਵਰਲਡ, ਸਾਰਾ ਸੰਸਾਰ ਕਿਉਂ ਬਚਾਇਆ ਗਿਆ? ਕਿਉਂਕਿ ਉਹ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀ, ਪਰਮੇਸ਼ਰ ਦੇ ਮਨ ਭਾਉਂਦਾ ਸੀ।
ਇਸ ਲਈ ਖੁਦਾ ਨੇ ਨੂਹ ਨੂੰ ਕਿਹਾ ਆਪਣੇ ਬਚਾਓ ਲਈ ਕਿਸ਼ਤੀ ਬਣਾ। ਅੱਜ ਵੀ ਪਰਮੇਸ਼ਰ ਨੇ ਨਵੇਂ ਨੇਮ ਦੇ ਯੁੱਗ 'ਚ ਪਰਮੇਸ਼ਰ ਨੇ ਆਪਣੇ ਪੁੱਤਰ ਯੀਸ਼ੂ ਦੇ ਦੁਆਰਾ ਸਾਨੂੰ ਇਹ ਨਿਸ਼ਚਾ ਦੀ ਕਿਸ਼ਤੀ ਦਿੱਤੀ ਹੈ। ਵਿਸ਼ਵਾਸ ਨਾਲ ਅਸੀਂ ਇਸ ਕਿਸ਼ਤੀ ਤੇ ਸਵਾਰ ਹੋ ਕੇ ਯੀਸ਼ੂ ਤੇ ਵਿਸ਼ਵਾਸ ਕਰਕੇ ਮੌਤ ਤੋਂ ਪਾਰ ਲੰਘ ਸਕਦੇ ਹਾਂ, ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣ ਸਕਦੇ ਹਾਂ। ਇਸੇ ਲਈ ਨੂਹ ਬਚਾਇਆ ਗਿਆ, ਉਹਦਾ ਘਰਾਣਾ ਬਚਾਇਆ ਗਿਆ, ਉਹਦਾ ਪਰਿਵਾਰ ਬਚਾਇਆ ਗਿਆ, ਕਿਉਂਕਿ ਉਹ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀ। ਪ੍ਰੇਮੀਓ, ਖੁਦਾ ਦਾ ਪਵਿੱਤਰ ਵਚਨ ਸਿਖਾਉਂਦਾ ਜੋ ਖੁਦਾ ਨੇ ਨੂਹ ਨੂੰ ਕਿਹਾ ਉਹਨੇ ਉਦਾਂ ਹੀ ਕੀਤੀ, ਅੰਸ਼ ਮਾਤਰ ਵੀ ਬਦਲਾਓ ਨਹੀਂ। ਮੈਂ ਅੱਗੇ ਵੀ ਕਈ ਵਾਰੀ ਹਵਾਲਾ ਦਿੱਤਾ, ਦਾ ਬਾਈਬਲ ਵੀਡੀਓ ਫਿਲਮ ਬਣਾਈ ਗਈ ਆ ਉਤਪਤ ਦੇ ਉੱਤੇ ਸਾਰੀ। ਨੂਹ ਖੇਤੀ ਕਰਨ ਵਾਲਾ ਸੀ। ਮੈਂ ਅੱਗੇ ਵੀ ਕਈ ਵਾਰੀ ਇਹ ਹਵਾਲਾ ਦਿੱਤਾ, ਇੱਕ ਹੱਥ 'ਚ ਖੇਤੀ ਕਰਨ ਦੇ ਔਜ਼ਾਰ ਨੇ ਫੜੇ ਹੋਏ ਇੱਦਾਂ। ਉਸ ਪਿਕਚਰ ਦੇ ਵਿੱਚ ਵੀਡੀਓ 'ਚ ਦਿਖਾਇਆ ਗਿਆ, ਇੱਦਾਂ ਉਹਨੇ ਦੂਸਰਾ ਹੱਥ ਇੱਦਾਂ ਰੱਖਿਆ ਹੋਇਆ ਆ, ਇੱਕ ਹੱਥ ਇੱਦਾਂ ਰੱਖਿਆ ਹੋਇਆ ਤੇ ਆ ਕੰਨ ਖੁਦਾ ਦੀ ਆਵਾਜ਼ ਸੁਣ ਰਹੇ ਆ। ਪਰਮੇਸ਼ਰ ਉਹਨੂੰ ਕਹਿ ਰਿਹਾ ਆਪਣੇ ਬਚਾ ਲਈ ਕਿਸ਼ਤੀ ਦੀ ਇੰਨੀ ਲੰਬਾਈ ਇੰਨੀ ਚੜਾਈ ਤਾਂ 3 ਮੰਜ਼ਲੀ। ਜਿੱਦਾਂ ਹੀ ਖੁਦਾ ਨੇ ਗੱਲ ਬੰਦ ਕੀਤੀ ਉਹਨੂੰ ਮੈਸੇਜ ਦੇ ਦਿੱਤਾ। ਨੂਹ ਜਿੱਥੇ ਖੜਾ ਸੀ ਉੱਥੋਂ ਹੀ ਉਸੇ ਸਮੇਂ ਉਹਨੇ ਕਿਸ਼ਤੀ ਦੀ ਲੰਬਾਈ ਨਾਪਣੀ ਸ਼ੁਰੂ ਕਰ ਦਿੱਤੀ। ਤਾਲੀ ਮਾਰੀਏ ਜ਼ੋਰ ਦੇ ਨਾਲ। ਉਸੇ ਸਮੇਂ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀ, ਖੇਤੀ ਕਰਨ ਵਾਲਾ ਸੀ। ਇਹ ਨਹੀਂ ਕਿ ਮੈਂ ਤਾਜੀ ਤਾਜੀ ਫਸਲ ਬੀਜੀ ਹੈ, ਬੜੀ ਮਿਹਨਤ ਕੀਤੀ ਆ, ਬੜਾ ਨੁਕਸਾਨ ਹੋ ਜਾਊਗਾ, ਚਲੋ ਤਾਂ ਅੱਜ ਦੁਆ ਕਰਦੇ ਆ ਖੁਦਾ ਦੇ ਅੱਗੇ, ਖੁਦਾ 2-4 ਮਹੀਨੇ ਰੋਕ ਲਾ, ਹਜੇ ਜ਼ਮੀਨ ਤੇ ਕੰਮ ਖਰਾਬ ਹੋ ਜਾਣਾ। ਉਹਨੇ ਏਦਾਂ ਨਹੀਂ ਕੀਤੀ। ਜਿੱਦਾਂ ਆਵਾਜ਼ ਆਈ ਉਦਾਂ ਹੀ ਕਿਸ਼ਤੀ ਨਾਪਣੀ ਸ਼ੁਰੂ ਕਰ ਦਿੱਤੀ, ਲੱਕੜਾਂ ਵੱਢ ਕੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ, ਕਿਸ਼ਤੀ ਬਣਾਉਣੀ ਸ਼ੁਰੂ ਕਰ ਦਿੱਤੀ। ਸਾਰਾ ਟੱਬਰ ਕਿਸ਼ਤੀ ਬਣਾਉਣ ਦੇ ਵਿੱਚ ਲੱਗ ਗਿਆ। ਲੋਕੀ ਆਲੇ ਦੁਆਲੇ ਦੇਖਦੇ ਨੇ ਕੀ ਕਰ ਰਿਹਾ। ਸਮਾਂ ਆਇਆ, ਜਲ ਪਰਲੋ ਆਈ, 40 ਦਿਨ ਇੰਨੀ ਬਾਰਿਸ਼ ਹੋਈ, ਕਿਸ਼ਤੀ ਪਾਣੀ ਤੇ ਤੈਰਨ ਲੱਗ ਪਈ ਤੇ ਸਾਰਾ ਸੰਸਾਰ ਖਤਮ ਹੋ ਗਿਆ। ਪਰ ਨੂਹ ਤੇ ਉਹਦਾ ਪਰਿਵਾਰ ਬਚਾਇਆ ਗਿਆ। ਤਾਲੀ ਮਾਰੀਏ ਜ਼ੋਰ ਦੇ ਨਾਲ। ਆਪਣੇ ਨਾਲ ਨਹੀਂ ਚਲਾਉਂਦਾ ਸੀ ਪਰਮੇਸ਼ਰ ਨੂੰ, ਪਰਮੇਸ਼ਰ ਦੇ ਨਾਲ ਚੱਲਦਾ ਸੀ। ਇਸ ਲਈ ਪ੍ਰਭੂ ਯਿਸੂ ਮਸੀਹ ਦਾ ਵਚਨ ਹੈ, ਮੱਤੀ ਦੀ ਅੰਜੀਲ 6 ਅਧਿਆਇ ਦੀ 33 ਆਇਤ ਪੜ੍ਹੀਏ, ਧਿਆਨ ਨਾਲ ਸੁਣੀਏ 2-4 ਮਿੰਟ। ਹਾਂਜੀ। ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਭਾਲੋ, ਹਾਂ, ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ। ਪਹਿਲਾਂ ਉਹਦੇ ਰਾਜ ਨੂੰ ਭਾਲੋ, ਉਹਦੀ ਧਾਰਮਿਕਤਾ ਨੂੰ ਆਪਣੀ ਜ਼ਿੰਦਗੀ 'ਚ ਰੱਖੋ, ਪਹਿਲਾਂ ਉਹਨੂੰ ਪ੍ਰਸੰਨ ਕਰੋ ਤੇ ਸਾਰੀਆਂ ਹੀ ਵਸਤਾਂ ਦਿੱਤੀਆਂ ਜਾਣਗੀਆਂ। ਪਹਿਲਾਂ ਆਪਣੇ ਮਨ ਨੂੰ ਖੁਸ਼ ਨਾ ਕਰੋ। ਅੱਜ ਸੰਸਾਰ ਦੀ ਹਾਲਤ ਇਹ ਹੈ, ਪ੍ਰਭੂ ਦੇ ਕੋਲ ਆ ਕੇ ਵੀ ਹਾਲਤ ਇਹ ਆ, ਸਾਡੇ ਮਨ ਨੂੰ ਖੁਸ਼ ਕਰਦੇ, ਪਹਿਲਾਂ ਸਾਡਾ ਮਨ ਖੁਸ਼ ਹੋ ਜਵੇ, ਸਾਡਾ ਕੰਮ ਹੋ ਜਵੇ, ਫਿਰ ਅਸੀਂ ਮੰਨਾਂਗੇ। ਫਿਰ ਕਿੰਨਾ ਕੁ ਮੰਨਣਾ ਹੈ? ਜਦੋਂ ਕਾਰੋਬਾਰੀ ਵੱਧ ਗਿਆ ਫੇਰ ਕੀ ਮੰਨਣਾ? ਫਿਰ ਤਾਂ ਟਾਈਮ ਹੀ ਲੱਗਣਾ। ਕਿਸੇ ਭੈਣ ਦੇ ਬੱਚਾ ਨਹੀਂ ਸੀ, ਖੁਦਾ ਦੇ ਦਾਸ ਕੋਲ ਆਈ, ਦੁਆ ਕੀਤੀ, ਖੁਦਾ ਨੇ ਬੇਟੇ ਦੀ ਆਸ਼ੀਸ਼ ਦੇ ਦਿੱਤੀ। ਕਈ ਚਿਰ ਬਾਅਦ ਫਿਰ ਸਾਰੇ ਤੋਂ ਸਿਆਣੇ ਉਹ ਚਰਚ 'ਚ ਨਹੀਂ ਆਈ, 1.5-2 ਸਾਲਾਂ ਬਾਅਦ ਆਈ। ਭੈਣ ਜੀ ਤੁਸੀਂ ਆਏ ਨਹੀਂ, ਕੀ ਗੱਲ ਹੋਈ? ਕਹਿੰਦੇ ਜੀ ਪਿਛਲੇ ਐਤਵਾਰ ਸੋਚਿਆ ਸੀ ਆਉਣਾ, ਬੱਚੇ ਦੀ ਸਿਹਤ ਖਰਾਬ ਹੋ ਗਈ, ਫਿਰ ਆ ਨਹੀਂ ਹੋਇਆ 2 ਸਾਲਾਂ ਬਾਅਦ। ਤੇ ਅੱਜ ਵੀ ਔਖੇ ਹੋ ਕੇ ਆਏ ਆ। ਅੱਜ ਵੀ ਮੈਂ ਕਹਿੰਦੀ ਅੱਜ ਵੀ ਔਖੇ ਹੋ ਕੇ ਆਏ ਆ 2 ਸਾਲਾਂ ਬਾਅਦ। ਤੇ ਉਦੋਂ ਨਹੀਂ ਚੰਗੇ ਸੀ ਜਦੋਂ ਇਕੱਲੇ ਸੀ, ਤਾਂ ਰੱਬ ਦੇ ਘਰ 'ਚ ਤਾਂ ਆਉਂਦੇ ਸੀ। ਸਾਡੀ ਹਾਲਤ, ਰੱਬਾ ਸਾਨੂੰ ਖੁਸ਼ ਕਰ ਦੇ, ਬਾਅਦ 'ਚ ਤੈਨੂੰ ਖੁਸ਼ ਕਰਾਂਗੇ। ਇਕੱਲੇ ਕਹਿ ਰਹੇ ਹਾਂ ਤਾਂ ਰੱਬ ਖੁਸ਼ ਹੁੰਦਾ ਨਹੀਂ, ਤਾਂ ਫਿਰ ਜਦੋਂ
ਜ਼ਿਆਦੇ ਹੋ ਗਏ ਫਿਰ ਕਿੱਥੋਂ ਖੁਸ਼ ਹੋਣਾ। ਥੋੜੇ ਕੰਮ 'ਚ ਰੱਬ ਖੁਸ਼ ਨਹੀਂ ਹੁੰਦਾ, ਟਾਈਮ ਨਹੀਂ ਨਿਕਲਦਾ। ਤੇ ਜਦੋਂ ਕੰਮ ਵੱਧ ਗਿਆ, 2 ਕਮਰਿਆਂ ਦੇ ਵਿੱਚ ਤਾਂ ਸਾਡੇ ਕੋਲ ਟਾਈਮ ਨਹੀਂ ਨਿਕਲਦਾ। ਤੇ ਜਦੋਂ ਕਮਰੇ ਵੱਧ ਗਏ ਫਿਰ ਸਫਾਈ 'ਚੋਂ ਨਹੀਂ ਟਾਈਮ ਲੱਗਣਾ, ਕਾਰੋਬਾਰ 'ਚੋਂ ਨਹੀਂ ਟਾਈਮ ਲੱਗਣਾ, ਬੱਚੀ ਫੈਮਿਲੀ ਵੱਡੀ ਹੋ ਗਈ ਤਾਂ ਨਹੀਂ ਟਾਈਮ ਲੱਗਣਾ। ਹਾਲੇਲੂਇਆ। ਰੱਬਾ ਸਾਨੂੰ ਖੁਸ਼ ਕਰ ਦੇ, ਫਿਰ ਅਸੀਂ ਤੈਨੂੰ ਖੁਸ਼ ਕਰਾਂਗੇ। ਤੇ ਉੱਪਰ ਵਾਲਾ ਕਹਿੰਦਾ ਪਹਿਲਾਂ ਮੈਨੂੰ ਖੁਸ਼ ਕਰ, ਤੇ ਬਾਅਦ 'ਚ ਮੈਂ ਤੈਨੂੰ ਦੱਸੂਗਾ ਮੈਂ ਤੈਨੂੰ ਕਿੰਨਾ ਖੁਸ਼ ਕਰਨਾ। ਤਾਲੀ ਮਾਰੀਏ ਜ਼ੋਰ ਦੇ ਨਾਲ। ਤਾਂ ਫਿਰ ਮੌਤ ਤੋਂ ਪਾਰ ਲਗਾ ਦਿੰਦਾ ਆ। ਮੌਤ ਲਾਗੇ ਨਹੀਂ ਆਉਂਦੀ, ਆਲੇ ਦੁਆਲੇ ਮੌਤ ਹੋਵੇਗੀ, ਪਰ ਤੁਹਾਡੇ ਨੇੜੇ ਮੌਤ, ਨੂੰਹ ਦੇ ਆਲੇ ਦੁਆਲੇ ਮੌਤ ਹੀ ਮੌਤ ਸੀ, ਕਿਸ਼ਤੀ ਦੇ ਆਲੇ ਦੁਆਲੇ ਮੌਤ ਹੀ ਮੌਤ ਸੀ। ਮੇਰਾ ਖਿਆਲ ਹੈ ਕਿ ਜਦੋਂ ਬਾਰਿਸ਼ ਹੋਈ, ਕਿਸ਼ਤੀ ਤੈਰਦੀ ਸੀ ਤਾਂ ਲੋਕੀ ਜ਼ਰੂਰ ਕਹਿੰਦੇ ਹੋਣਗੇ ਵੀ ਸਾਨੂੰ ਕਿਸ਼ਤੀ 'ਚ ਬਾੜ ਲਾ ਹੁਣ, ਪਰ ਉਹ ਟਾਈਮ ਨਹੀਂ ਸੀ, ਸਮਾਂ ਹੁੰਦਾ ਆ। ਹਾਲੇਲੂਇਆ, ਹਾਲੇਲੂਇਆ। ਨੂੰਹ ਤੇ ਉਹਦਾ ਪਰਿਵਾਰ ਬਚਾਏ ਗਏ, ਜਾਨਵਰਾਂ ਦਾ ਜੋੜਾ ਜੋੜਾ ਬਚਾਇਆ ਗਿਆ। ਮੁੜ ਕੇ ਫਿਰ ਦੁਨੀਆ ਆਬਾਦ ਹੋਈ। ਇਸ ਲਈ ਖੁਦਾ ਦਾ ਪਵਿੱਤਰ ਵਚਨ ਸਿਖਾਉਂਦਾ, ਉਹਦੇ ਮਨ ਭਾਉਂਦੇ ਬਣੋ। ਇਹ ਦੁਨੀਆ ਦੀਆਂ ਚੀਜ਼ਾਂ ਪਿੱਛੇ ਪੈ ਕੇ ਤੁਹਾਨੂੰ ਦੇਣੀਆਂ। ਉਹ ਕੋਈ ਬੰਦਾ ਨਹੀਂ ਕਹਿ ਰਿਹਾ ਜਿਹੜਾ ਚਲੇ ਜਾਊਗਾ, ਉਹ ਦੇਸ਼ ਛੱਡ ਕੇ ਚਲੇ ਜਾਓ ਜੀ, ਪਤਾ ਨਹੀਂ ਕਿੱਥੇ ਚਲਾ ਗਿਆ। ਇਹ ਕੋਈ ਕੰਪਨੀ ਨਹੀਂ ਕਹਿੰਦੀ ਵੀ ਪਤਾ ਨਹੀਂ ਰਾਤੀ ਤਾਂ ਜੀ ਸੋਫੇ ਇੱਥੇ ਲੱਗੇ ਸੀ ਤਾਂ ਹੁਣ ਤਾਂ ਇੱਥੇ ਦੀਦਾ ਹੀ ਕੁਛ ਨਹੀਂ। ਇਹ ਉਹ ਕਹਿ ਰਿਹਾ ਹੈ ਜਿਹਨੇ ਦੁਨੀਆ ਬਣਾਈ ਹੈ। ਤਾਲੀ ਮਾਰੀਏ ਜ਼ੋਰ ਦੇ ਨਾਲ। ਉਹਦਾ ਪਾਕ ਕਲਾਮ ਆ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਹੜਾ ਝੂਠ ਨਹੀਂ ਬੋਲਦਾ। ਉਹ ਕੋਈ ਇਨਸਾਨ ਨਹੀਂ, ਉਹ ਸਰਵ ਸ਼ਕਤੀਮਾਨ ਪਰਮੇਸ਼ਰ ਹੈ। ਇਸ ਲਈ ਉਹਦਾ ਪਾਕ ਕਲਾਮ ਹੈ, ਪਹਿਲਾਂ ਉਹਦੇ ਰਾਜ ਤੇ ਧਰਮ ਨੂੰ ਭਾਲੋ ਤੇ ਸਭ ਕੁਝ ਤੁਹਾਨੂੰ ਦਿੱਤਾ। ਮਨ ਭਾਉਂਦੇ ਬਣੋ, ਭਾਲ ਕੇ ਤੁਹਾਨੂੰ ਬਰਕਤਾਂ ਦਊਗਾ। ਮੈਂ ਕਈ ਵਾਰੀ ਦੱਸਿਆ ਨਾ, ਜਦੋਂ ਇੱਕ ਚਿੱਠੀ ਹੁੰਦੀ ਤਾਂ ਇੱਕ ਰਜਿਸਟਰੀ ਹੁੰਦੀ ਹੈ। ਫਰਕ ਕੀ ਹੈ? ਚਿੱਠੀ ਤਾਂ ਰਜਿਸਟਰੀ 'ਚ ਫਰਕ ਕੀ ਹੈ? ਡਾਕੀਆ ਚਿੱਠੀ ਸੱਟ ਕੇ ਚਲਾ ਜਾਂਦਾ, ਪੁੱਛਦਾ ਨਹੀਂ ਕਿਹਨੇ ਚੱਕੀ ਕਿਹਨੇ ਨਹੀਂ ਚੱਕੀ। ਪਰਿਵਾਰ ਦੇ ਵਿੱਚ ਭਾਵੇਂ ਮੇਲ ਜੋਲ ਨਾ ਹੋਵੇ ਨਾ, ਉਹ ਭਾਵੇਂ ਲੜਦੇ ਹੀ ਹੋਣ, ਉਹਨੂੰ ਕੋਈ ਮਤਲਬ ਨਹੀਂ ਡਾਕੀਏ ਨੂੰ ਵੀ ਚਿੱਠੀ ਚੱਕੀ ਕਿਹਨੇ ਆ, ਕਿਹਦੇ ਨਾਂ ਦੀ ਹੈਗੀ ਆ। ਪਰ ਜਿਹੜੀ ਰਜਿਸਟਰੀ ਹੁੰਦੀ ਹੈ ਨਾ, ਡਾਕੀਆ ਜਿਹਦੇ ਨਾਂ ਦੀ ਆਉਂਦਾ ਸਾਈਨ ਕਰਾ ਕੇ ਤਾਂ ਫੇਰ ਦੇ ਕੇ ਜਾਂਦਾ, ਉਹਨੂੰ ਨਹੀਂ ਕੋਈ ਹੋਰ ਲੈ ਸਕਦਾ। ਭਾਲ ਕੇ ਪਰਮੇਸ਼ਰ ਤੁਹਾਨੂੰ ਬਰਕਤਾਂ ਦੇਵੇਗਾ। ਜਦੋਂ ਉੱਪਰੋਂ ਰਜਿਸਟਰੀ ਤੁਹਾਡੇ ਨਾਂ ਦੀ ਆਈ ਹੈ ਨਾ, ਤਾਂ ਫਿਰ ਹੋਰ ਕੋਈ ਨਹੀਂ ਲੈ ਸਕਦਾ, ਤੁਹਾਨੂੰ ਮਿਲੇਗੀ। ਤਾਲੀ ਮਾਰੀਏ ਜ਼ੋਰ ਦੇ ਨਾਲ। ਪਿੱਛੇ ਪੈ ਕੇ ਤੁਹਾਨੂੰ ਦੇਵੇਗਾ। ਰਜਿਸਟਰੀ ਆਉਣੀ ਚਾਹੀਦੀ, ਚਿੱਠੀ ਨਹੀਂ ਆਉਣੀ ਚਾਹੀਦੀ। ਕੀ ਆਉਣਾ ਚਾਹੀਦਾ? ਹਾਂ, ਰਜਿਸਟਰੀ ਆਉਣੀ ਚਾਹੀਦੀ, ਫਿਰ ਤੁਹਾਨੂੰ ਮਿਲਣੀ ਤੁਹਾਡੇ ਨਾਂ ਦੀ। ਤੇ ਜੇ ਚਿੱਠੀ ਆ ਗਈ ਨਾ ਹੋਵੇ ਕਿਸੇ ਦੀ, ਤੇ ਉਹ 'ਚ ਭਾਵੇਂ ਜਿੰਨੀਆਂ ਮਰਜ਼ੀ ਖੁਸ਼ੀਆਂ ਲਿਖੀਆਂ ਹੋਣ, ਤੁਹਾਨੂੰ ਉਹਨਾਂ ਕੀ ਮਤਲਬ ਹੈ? ਕਿੰਨੀਆਂ ਮਰਜ਼ੀ ਖੁਸ਼ੀਆਂ ਚੰਗੀਆਂ ਖਬਰਾਂ ਲਿਖੀਆਂ ਹੋਣ, ਜੇ ਹੈਗੀ ਕਿਸੇ ਹੋਰ ਦੀ, ਤੁਹਾਡੇ ਪੜ੍ਹਨ ਨਾਲ ਤੁਹਾਨੂੰ ਕੀ ਲਾਭ ਹੋਣਾ? ਤੁਹਾਡੇ ਨਾਂ ਦੀ ਜਦੋਂ ਰਜਿਸਟਰੀ ਆਊਗੀ ਨਾ, ਫਿਰ ਤੁਹਾਨੂੰ ਫਾਇਦਾ ਹੋਊਗਾ। ਦੌਦ ਦੇ ਨਾਂ ਦੀ ਜਦੋਂ ਰਜਿਸਟਰੀ ਆਈ ਨਾ, ਵੀ ਦੌਦ ਨੂੰ ਮਸਾ ਕਰ, ਤੇ ਉਹਦੇ 7 ਭਰਾ ਗਿਰਾ ਗਏ। ਪਰ ਰੱਬ ਦਾ ਬੰਦਾ ਸੈਮੂਅਲ ਕਹਿੰਦਾ, ਇਹਨਾਂ ਨੂੰ ਖੁਦਾ ਕਹਿੰਦਾ ਮੈਂ ਨਹੀਂ ਚੁਣਿਆ। ਤਾਲੀ ਮਾਰੀਏ ਜ਼ੋਰ ਦੇ ਨਾਲ। ਇਸ ਲਈ ਪ੍ਰਭੂ ਯਿਸੂ ਮਸੀਹ ਨੇ ਆਪਣਾ ਹਵਾਲਾ ਦਿੱਤਾ, ਕਹਿੰਦਾ ਮੇਰਾ ਆਉਣਾ ਨੂਹ ਦੇ ਦਿਨਾਂ ਵਾਂਗ ਹੋਵੇਗਾ। ਉਦੋਂ ਵੀ ਉਹੀ ਬਚਾਇਆ ਜਾਊ ਜਿਹਦੀ ਜ਼ਿੰਦਗੀ ਨੂਹ ਵਰਗੀ ਹੋਵੇਗੀ। ਪੜ੍ਹੀਏ ਮੱਤੀ ਦੀ ਅੰਜੀਲ 24 ਅਧਿਆਇ ਦੀ 37, 38, 39 ਐਤ, ਉਸ ਤੋਂ ਬਾਅਦ ਪ੍ਰਾਰਥਨਾ ਕਰਾਂਗੇ। ਪਰ ਜਿਸ ਤਰ੍ਹਾਂ ਨੂਹ ਦੇ ਦਿਨ ਸਨ, ਜਿਸ ਤਰ੍ਹਾਂ ਨੂਹ ਦੇ ਦਿਨ ਸਨ, ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ। ਮਨੁੱਖ ਦੇ ਪੁੱਤਰ ਦਾ ਆਉਣਾ ਵੀ ਇਸੇ ਤਰ੍ਹਾਂ ਹੋਵੇਗਾ। ਜਿਵੇਂ ਜਲ ਪਰਲੋ ਆਈ, ਪ੍ਰਭੂ ਯਿਸੂ ਦਾ ਦੂਸਰਾ ਆਗਮਨ ਵੀ ਇਸੇ ਤਰ੍ਹਾਂ ਹੋਵੇਗਾ। ਹਾਂਜੀ, ਕਿਉਂਕਿ ਜਿਸ ਤਰ੍ਹਾਂ ਪਾਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ, ਵਿਆਹ ਕਰਦੇ ਅਤੇ ਕਰਾਉਂਦੇ ਸਨ, ਖੁਸ਼ੀਆਂ ਮਨਾਉਂਦੇ ਸਨ, ਖਾਂਦੇ ਪੀਂਦੇ, ਐਸ਼ ਪ੍ਰਸਤੀ ਕਰਦੇ ਸਨ, ਸਾਰੇ ਸੰਸਾਰਿਕ ਕੰਮ ਕਰਦੇ ਸਨ ਆਨੰਦ ਨਾਲ। ਉਸ ਦਿਨ ਤੀਕਰ ਕੇ ਨੂਹ ਕਿਸ਼ਤੀ ਉੱਤੇ ਚੜਿਆ, ਹਾਂ, ਅਤੇ ਉਹ ਨਹੀਂ ਜਾਣਦੇ ਸਨ ਜਦ ਤਾਈਂ ਪਾਲੋ ਨਾ ਆਈ। ਹਾਂਜੀ, ਤੇ ਸਭਨਾਂ ਨੂੰ ਰੁੜਾ ਕੇ ਲੈ ਗਈ, ਰੁੜਾ ਕੇ ਨਾ ਲੈ ਗਈ। ਹਾਲੇਲੂਇਆ। ਨੂਹ ਦੇ ਸਮੇਂ ਦੇ ਬਾਅਦ ਲੋਕ ਖਾਂਦੇ ਪੀਂਦੇ, ਸਾਰੇ ਖੁਸ਼ੀਆਂ ਮਨਾਉਂਦੇ ਸਨ। ਅਚਾਨਕ ਜਲ ਪਰਲੋ ਆਈ ਤੇ ਸਭਨਾਂ ਨੂੰ ਰੁੜਾ ਕੇ ਲੈ ਗਈ ਤੇ ਸਭਨਾਂ ਦਾ ਨਾਸ਼ ਹੋ ਗਿਆ। ਨੂਹ ਤੇ ਸਿਰਫ ਓਨਲੀ ਉਹਦਾ ਪਰਿਵਾਰ ਤੇ ਘਰਾਣਾ ਬਚਾਇਆ ਗਿਆ। ਸਿਰਫ ਇਸ ਸੰਸਾਰ ਦੇ ਅੰਤ ਦੇ ਵਿੱਚ ਵੀ ਸਿਰਫ ਉਹੀ ਬਚਾਏ ਜਾਣਗੇ ਜਿਹੜੇ ਪਰਮੇਸ਼ਰ ਦੇ ਨਾਂ ਨਾਲ ਚੱਲਦੇ ਆ, ਪਰਮੇਸ਼ਰ ਦੇ ਮਨ ਭਾਉਂਦੇ ਆ,
ਉਹੀ ਬਚਾਏ ਜਾਣਗੇ, ਉਹਨਾਂ ਦੇ ਉੱਤੇ ਦੂਸਰੀ ਮੌਤ ਦਾ ਵੀ ਅਸਰ ਨਹੀਂ ਹੋਵੇਗਾ, ਇਹ ਦੁੱਖਾਂ ਤੇ ਕਸ਼ਟਾਂ, ਆਫਤਾਂ, ਮੁਸੀਬਤਾਂ ਦਾ ਕੋਈ ਵੀ ਅਸਰ ਨਹੀਂ ਹੋਵੇਗਾ, ਬਲਕਿ ਪਰਮੇਸ਼ਰ ਉਹਨਾਂ ਨੂੰ ਬਚਾਵੇਗਾ, ਸੰਭਾਲੇਗਾ, ਉਹਨਾਂ ਦੀ ਅਗਵਾਈ ਕਰੇਗਾ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਦੁਆਰਾ ਪਰਮੇਸ਼ਰ ਦੇ ਮਨ ਭਾਉਂਦੇ ਬਣੀਏ, ਉਹਨੂੰ ਪ੍ਰਸੰਨ ਕਰਨ ਦਾ ਯਤਨ ਕਰੀਏ, ਤੇ ਖੁਦਾ ਤੁਹਾਨੂੰ ਭਾਲ ਕੇ ਲੱਭ ਕੇ ਉਹ ਤੁਹਾਨੂੰ ਬਰਕਤਾਂ ਦੇ ਨਾਲ ਭਰਪੂਰ ਕਰੇਗਾ, ਆਸ਼ੀਸ਼ਾਂ ਦੇ ਨਾਲ ਭਰਪੂਰ ਕਰੇਗਾ, ਤੇ ਉਹ ਤੁਹਾਨੂੰ ਸੰਸਾਰ ਦੇ ਲਈ ਬਰਕਤ ਦਾ ਕਾਰਨ ਬਣਾਵੇਗਾ। ਸਾਲਾਂ ਸਾਲਾਂ ਦੇ ਘਾਟੇ ਤੁਹਾਡੇ ਪਰਮੇਸ਼ਰ ਪੂਰੇ ਕਰੇਗਾ। ਪਰ ਅਤੀ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਓਨਲੀ ਉਹਦੇ ਮਨ ਭਾਉਂਦੇ ਬਣੀਏ, ਉਹਨੂੰ ਪ੍ਰਸੰਨ ਕਰਨ ਦਾ ਯਤਨ ਕਰੀਏ, ਉਹਦੀ ਇੱਛਾ ਨੂੰ ਜਾਣੀਏ, ਉਹਦੇ ਵਚਨ ਦੇ ਪ੍ਰਤੀ ਵਫਾਦਾਰ ਰਹੀਏ, ਤੇ ਖੁਦਾ ਆਪਣੀਆਂ ਆਸ਼ੀਸ਼ਾਂ ਦੇ ਨਾਲ ਭਰਪੂਰ ਕਰੇਗਾ। ਅੱਖਾਂ ਬੰਦ ਕਰਾਂਗੇ। ਸਰਵ ਸ਼ਕਤੀਮਾਨ ਪਿਤਾ, ਜਿੰਨੇ ਤੇਰੀ ਹਜ਼ੂਰੀ 'ਚ ਆ ਗਏ ਆ, ਇਹਨਾਂ ਸਾਰਿਆਂ ਤੇ ਤੁਹਾਡੀ ਦਇਆ ਹੋਵੇ, ਆਪਣੀ ਕਿਰਪਾ ਬਹਾਲ ਕਰੋ। ਆਉਣ ਵਾਲੇ ਸਮੇਂ ਤੁਹਾਡੇ ਵੱਡੇ ਫਜ਼ਲ ਦੇ ਨਾਲ ਭਰਪੂਰ ਹੋਣ, ਤੇ ਸਾਰੇ 'ਚ ਆਪਣੀ ਕਿਰਪਾ ਬਹਾਲ ਕਰੋ। ਯਹੋਵਾ ਤੇਰੀ ਆਸ਼ੀਸ਼ ਹੋਵੇ। ਪ੍ਰਭੂ ਯਿਸੂ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ, ਆਮੀਨ।